ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਗਿਆਨੀ ਤਰਸੇਮ ਸਿੰਘ ਜੀ, ਜਿਨ੍ਹਾਂ ਨੇ ਪੰਥ ਦੇ ਵਿੱਚ ਬੜਾ ਹੀ ਮਾਣ ਸਤਿਕਾਰ ਪ੍ਰਾਪਤ ਕੀਤਾ ਹੈ। ਅਨਹਦ ਨਾਦ ਜੋ ਹੈ, ਇੱਕ ਤੋਂ आहत है, एक अनाहत है। जिन्हां महापुरखों ने सुनिया, पंचे शब्द अनाहत बाजे भी है, ढोलक भी है, मरदंग भी है, रबाब भी है, संख भी है, नगारा भी है, बदलों की गर्जना, कैंसियाँ, सारंगी एक ऐसा साज है। ਹੁਣੇ ਗਿਆਨੀ ਤਰਸੇਮ ਸਿੰਘ ਦੱਸ ਰਹੇ ਸੀ, ਜਾਂ ਤਾਂ ਗੁੱਗੇ 'ਤੇ ਗਾਉਂਦੇ ਸੀ ਇਹਦੇ ਨਾਲ, ਜਾਂ ਹੋਰ ਆਸ਼ਕੀ ਮਸ਼ੂਕੀ ਦੇ ਕਿੱਸੇ। ਪਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 9 ਧੁਨਾਂ ਦਰਜ ਕੀਤੀਆਂ, ਔਰ ਢਾਡੀਆਂ ਨੂੰ ਉਹਨਾਂ ਸੂਰਵੀਰਾਂ ਦੀਆਂ 12 ਦੀਆਂ ਧੁਨਾਂ 'ਤੇ ਗਾਉਣ ਦੀ ਆਗਿਆ ਕੀਤੀ। ਇਸ ਘਰ ਤੋਂ ਗਿਆਨੀ ਤਰਸੇਮ ਸਿੰਘ ਜੀ ਬਰੋਸ ਆਏ ਆ। ਜਿਵੇਂ ਕੋਈ ਸ਼ਾਗਿਰਦ ਆਪਣੇ ਮੁਰਸ਼ਿਦ ਦੇ ਕੋਲ ਆਪਣੀ ਵਿਦਿਆ ਦਾ ਕਰਤੱਵ ਦਿਖਾਉਂਦਾ ਹੈ, ਉਹਨੂੰ ਬੜੀ ਪ੍ਰਸੰਨਤਾ ਹੁੰਦੀ ਹੈ। ਉਹਨਾਂ ਨੇ ਸੰਗਤਾਂ ਨੂੰ ਕਿਵੇਂ ਕੀਲ ਕੇ ਰੱਖਿਆ ਹੈ। ਜਿਵੇਂ ਸਿਆਣਾ ਮੰਤਰੀ ਜਿਹੜਾ, ਉਹ ਜਦੋਂ ਬੀਣਾ ਵਜਾਉਂਦਾ ਸੱਪ ਨੂੰ ਵੀ ਕੀਲ ਲੈਂਦਾ ਹੈ। ਇਹਨਾਂ ਦੀ ਰਸਨਾ, ਇਹਨਾਂ ਦੇ ਲੈਕਚਰ, ਇਹਨਾਂ ਦੇ ਸਾਜ਼ਾਂ ਵਿੱਚ ਜਥੇ ਤੇ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੋਈ ਹੈ। ਇਹ ਬਖਸ਼ਿਸ਼ ਨਾਲ ਦਾਤਾਂ ਮਿਲਦੀਆਂ ਹਨ। ਫਿਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਬਾਰੇ ਵੀ ਗਿਆਨੀ ਤਰਸੇਮ ਸਿੰਘ ਜੀ ਤੋਂ ਸੁਣਿਆ। ਬੜੇ ਨਤੜਕ ਔਰ ਦਰਬਾਰ ਸਾਹਿਬ ਦਾ ਮਾਣ ਲਿਆ। ਇਹ ਸਾਰੀ ਕਿਰਪਾ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਭਿੰਡਰਾਂ ਵਾਲਿਆਂ ਦੀ, ਔਰ ਬਾਬਾ ਸਤਿਕਾਰਯੋਗ ਪਵਿੱਤਰ ਆਤਮਾ ਮਹਾਂਪੁਰਖ ਬਾਬਾ ਦਇਆ ਸਿੰਘ ਜੀ ਤਥਾ ਸਾਰੇ ਮਹਾਂਪੁਰਖਾਂ ਦੀਆਂ ਆਸ਼ੀਰਵਾਦਾਂ ਦੇ ਨਾਲ ਇਹਨਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੀ ਸੇਵਾ ਮਿਲੀ। ਕਿਉਂਕਿ ਪਹਿਲਾਂ ਇਮਤਿਹਾਨ ਪਾਸ ਕਰਨੇ ਪੈਂਦੇ ਆ, ਫਿਰ ਵੱਡਿਆਂ ਘਰਾਂ ਦੀਆਂ ਸੇਵਾਵਾਂ ਮਿਲਦੀਆਂ ਹਨ। ਅੱਜ ਅਸੀਂ ਉਸ ਪਵਿੱਤਰ ਸਥਾਨ 'ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਸਜੇ ਬੈਠੇ ਹਾਂ, ਜਿਹਦੇ ਬਾਰੇ ਤੁਸੀਂ ਸਾਰੇ ਇਤਿਹਾਸ ਸਰਵਣ ਕੀਤੇ ਆ। ਗੀਤਾ ਵਿੱਚ ਇੱਕ ਸ਼ਲੋਕ ਆਉਂਦਾ ਹੈ, ਨੈਨ ਸ਼ਦੰਤੀ ਸ਼ਸਤਰਾਣੀ ਨਹਿਨ ਦਹਿਤੀ ਪਾਵਕਾ ਨਜ ਕਲੋਦੰਤੀ ਚਾ ਆਪੂ ਨਾ ਸ਼ੋਸ਼ੀਤਾ ਮਾਰੂਤਾ। ਕਿਉਂਕਿ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੱਲ ਅਸੀਂ ਸਾਰੇ ਕਰਦੇ ਹਾਂ। ਜਦੋਂ ਕਮਾਈ ਕਰਕੇ ਇਨਸਾਨ ਸ਼ਬਦ ਸਰੂਪ ਹੋ ਜਾਂਦਾ ਹੈ, ਉਹਨੂੰ ਕੋਈ ਹਥਿਆਰ ਕੱਟ ਨਹੀਂ ਸਕਦਾ, ਕੋਈ ਅੱਗ ਉਹਨੂੰ ਸਾੜ ਨਹੀਂ ਸਕਦੀ, ਕੋਈ ਹਵਾ ਉਹਨੂੰ ਸਕਾ ਨਹੀਂ ਸਕਦੀ, ਔਰ ਕੋਈ ਪਾਣੀ ਉਸ ਨੂੰ ਡੋਬ ਨਹੀਂ ਸਕਦਾ। ਇਹ ਸਾਰੇ ਬਚਨ ਬਾਬਾ ਬਿਧੀ ਚੰਦ ਨੇ ਮੂਰਤੀਮਾਨ ਕੀਤੇ ਹਨ। ਧਰਤੀ ਨੇ ਉਹਨਾਂ ਨੂੰ ਰਸਤਾ ਦਿੱਤਾ। ਕਿਲੇ 'ਚੋਂ ਐਡੀ ਉੱਚੀ ਛਾਲ ਲੁਆਉਣੀ, ਘੋੜੇ ਸਮੇਤ ਜਲ ਨੇ ਉਹਨਾਂ ਨੂੰ ਰਸਤਾ ਦਿੱਤਾ। ਅੱਗ ਨੇ ਉਹਨਾਂ ਦਾ ਪੂਜਨ ਕੀਤਾ, ਕਿਉਂਕਿ ਆਪੇ ਪਾਵਕ ਆਪੇ ਪਵਨਾ ਜਾਰੇ ਖਸਦਾ ਰਾਖੇ ਕਵਨਾ। ਬਾਬਾ ਬਿਧੀ ਚੰਦ ਸਰੀਰ ਨਹੀਂ ਸੀ, ਬਾਬਾ ਬਿਧੀ ਚੰਦ ਸ਼ਬਦ ਸਰੂਪ ਹੋ ਗਏ ਸੀ। ਸ਼ਬਦ ਜਿਹੜਾ ਹੈ ਉਹ ਪਰਮਾਤਮਾ ਦਾ ਆਪਣਾ ਸਰੂਪ ਹੈ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਇੱਕ ਵਾਰੀ ਬਲ ਦਾ ਕੋਲਾ ਆਪਣੇ ਕਾਲਜੇ 'ਤੇ ਰੱਖ ਲਿਆ।
ਸੰਤ ਬਾਬਾ ਹਰੀ ਸਿੰਘ ਕੇਰੀਆਂ ਵਾਲੇ ਰਿਸ਼ੀ ਹਰਵੰਸ ਸਿੰਘ ਜੀ ਆਏ। ਸਮੈਲ ਆ ਰਹੀ, ਪਰੇ ਸੁੱਟਿਆ, ਕਹਿੰਦੇ ਮੈਨੂੰ ਬ੍ਰਹਮ ਗਿਆਨੀ ਕਹਿੰਦੇ ਮੈਂ ਦੇਖ ਰਿਹਾ ਵੀ ਲੋਕ ਕਹਿੰਦੇ ਕਿ ਹੈ ਵੀ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੁਸ਼ਟਾਂ ਵੱਲੋਂ ਤੱਤੀ ਤਵੀ 'ਤੇ ਬਹਾਏ ਗਏ। ਥੱਲੇ ਮੋੜੇ ਬਲ ਰਹੇ ਆ, ਉੱਤੇ ਰੇਤ ਪੈ ਰਹੀ ਹੈ। ਕਹਿੰਦੇ ਮਹਾਰਾਜ ਨੇ ਕਰਾਮਾਤ ਨਹੀਂ ਦਿਖਾਈ, ਪਰ ਅੰਨਿਆਂ ਨੂੰ ਸਮਝ ਨਹੀਂ ਆਈ ਕਿ ਤੱਤੀ ਤਵੀ ਦੇ ਉੱਤੇ ਕੌਣ ਬੈਠ ਸਕਦਾ ਹੈ, ਕਿਉਂਕਿ ਮਹਾਰਾਜ ਸ਼ਬਦ ਸੀ। ਮਹਾਰਾਜ ਜੋਤ ਸਰੂਪ ਸਨ ਅਤੇ ਉਹਨਾਂ ਦਾ ਉਪਾਸ਼ਕ, ਉਹਨਾਂ ਦੀ ਪੂਜਾ ਕਰਨ ਵਾਲਾ, ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹ। ਕੋਈ ਫਰਕ ਰਹਿ ਹੀ ਨਹੀਂ ਜਾਂਦਾ। ਬ੍ਰਹਮਵਿਤ ਬ੍ਰਹਮ ਬਈ ਭਗਤੀ। ਵੇਦ ਕਹਿੰਦਾ ਜਿਹੜਾ ਬ੍ਰਹਮ ਵੇਤਾ ਹੈ ਉਹ ਬ੍ਰਹਮ ਦਾ ਸਰੂਪ ਹੋ ਜਾਂਦਾ ਹੈ, ਉਹਦਾ ਕੋਈ ਅੰਤਰ ਭੇਦ ਰਹਿੰਦਾ ਹੀ ਨਹੀਂ। ਜਦੋਂ ਸੁੰਦਰ ਸ਼ਾਹ ਕੋ ਗਏ, ਬਚਨ ਦੁਆਰਾ ਆਉਣਾ ਸੀ ਦੁਆਰਾ ਕੀਰਤਪੁਰ ਸਾਹਿਬ, ਕਿ ਮਹਾਰਾਜ ਸੁੰਦਰ ਸ਼ਾਹ ਨੇ ਬੇਨਤੀ ਕੀਤੀ। ਪਹਿਲਾਂ ਤਾਂ ਸ਼ੇਰ ਦੀ ਸਵਾਰੀ ਕਰਦਾ ਡਰਾਉਣ ਵਾਸਤੇ ਆਇਆ ਸੀ। ਜਦੋਂ ਬਾਬਾ ਜੀ ਮਹਾਰਾਜ ਨੇ ਸ਼ੇਰ ਨਾਲ ਨੇਤਰ ਮਿਲਾਏ, ਉੱਥੇ ਪੱਥਰ ਬਣ ਕੇ ਜੜ ਹੋ ਕੇ ਖਲੋ ਗਿਆ। ਫਿਰ ਉੱਤੇ ਆ ਮਹਾਰਾਜ ਦੇ ਬਾਬਾ ਜੀ ਦੇ ਚਰਨਾਂ 'ਚ ਡਿੱਗਿਆ, ਮੇਰੇ 'ਤੇ ਕਿਰਪਾ ਕਰੋ, ਮਹਾਰਾਜ ਦੇ ਦਰਸ਼ਨ, ਤੁਹਾਨੂੰ ਗੁਰੂ ਕਹਿੰਦੇ। ਗੁਰੂ ਤਾਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੰਨਦੇ ਹਾਂ। ਉਹ ਰੂਪ ਹੋ ਕੇ ਵੀ ਸਤਿਕਾਰ ਕਾਇਮ ਰੱਖਿਆ। ਸੋ ਸਾਧ ਸੰਗਤ ਜੀ, ਮਹਾਰਾਜ ਕੋ ਜਿਹੜੇ ਬੇਨਤੀ ਕੀਤੀ, ਕਹਿੰਦੇ ਤੁਸੀਂ ਮੇਰਾ ਰੂਪ ਧਾਰ ਕੇ ਦਰਸ਼ਨ ਦੇ ਦਿਓ। ਹੁਣ ਕੋਈ ਫਰਕ ਹੈ? ਕੋਈ ਫਰਕ ਨਹੀਂ ਹੈ। ਇਸ ਕਰਕੇ ਸਤਸੰਗੀਓ, ਅੱਜ ਧੰਨ ਧੰਨ ਬਾਬਾ ਸੋਹਣ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਦਇਆ ਸਿੰਘ ਜੀ ਮਹਾਰਾਜ, ਉਹਨਾਂ ਤੋਂ ਬਰੋਸਾਏ ਇਸ ਪਵਿੱਤਰ ਟਕਸਾਲ ਸੰਪਰਦਾ ਦੇ ਮਹਾਂਪੁਰਖ ਸ਼੍ਰੀਮਾਨ ਜਥੇਦਾਰ ਬਾਬਾ ਅਵਤਾਰ ਸਿੰਘ ਜੀ, ਉਹਨਾਂ ਨੇ ਗੁਰੂ ਮਹਾਰਾਜ ਦੀ ਆਸ਼ੀਰਵਾਦ ਲੈ ਕੇ ਉਹ ਦਿਨ ਜਦੋਂ ਬਾਬਾ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਇਹ ਕੌਤਕ ਵਰਤਾਇਆ। ਉੱਧਰ ਪਾਤਸ਼ਾਹ ਕਹਿੰਦੇ ਜਲਦੀਆਂ ਗਾਗਰਾਂ ਲਿਆਓ। ਗਾਗਰਾਂ ਕਿੱਥੇ ਪੈ ਰਹੀਆਂ ਜਲਦੀਆਂ, ਅਤੇ ਠੰਡਾ ਕਿੱਥੇ ਹੋ ਰਿਹਾ। ਸੰਤ ਗੁਰਬਖਸ਼ ਸਿੰਘ ਟਾਂਗਰੇ ਵਾਲੇ ਜ਼ਿਲ੍ਹੇ ਸਿੰਘ ਸਾਹਿਬ ਜੀ ਡਸਕੇ ਦਾ ਮੋਰਚਾ ਲੱਗਾ ਪੰਥ ਦਾ। ਅੰਗਰੇਜ਼ਾਂ ਨੇ ਕਿਹਾ ਇਹਨਾਂ ਨੂੰ ਪੁੱਠਾ ਲਟਕਾਓ, ਥੱਲੇ ਗੀਠੀਆਂ ਬਾਲ ਦਿਓ ਪੱਥਰ ਦੇ ਕੋਲਿਆਂ ਦੀਆਂ, ਜਿਹੜੇ ਮਮਿਆਈ ਸੰਤ ਦੀ ਨਿਕਲੇਗੀ ਮੰਨੇਗਾ। ਸੰਤ ਹਰਖਵਾਲੀਆਂ ਦਾ ਧਿਆਨ ਕੀਤਾ ਅਤੇ ਮਹਾਂਪੁਰਖ ਆਪਣੇ ਉੱਪਰ ਜਲ ਪਵਾ ਰਹੇ ਹੈ। ਕਿੱਥੇ ਹੁਸ਼ਿਆਰਪੁਰ ਵਿੱਚ, ਕਿੱਥੇ ਜਾ ਕੇ ਡਸਕਾ ਤਹਿਸੀਲ, ਉੱਥੇ ਉਹ ਸਾਰੀਆਂ ਗੀਠੀਆਂ ਠੰਡੀਆਂ ਹੋ ਰਹੀਆਂ। ਉਹਨੇ ਮਾਫੀ ਮੰਗ ਕੇ ਸੰਤਾਂ ਨੂੰ ਛੱਡ ਦਿੱਤਾ। ਜਿਹੜੇ ਆਏ ਡੰਡਵਤ ਪ੍ਰਣਾਮ ਕੀਤੀ। ਸੁਣਾ ਗੁਰਬਖਸ਼ ਸਿੰਘ ਗੀਠੀਆਂ ਦਾ ਸੇਕ ਤਾਂ ਨਹੀਂ ਲੱਗਿਆ? ਕਹਿੰਦੇ ਮਹਾਰਾਜ ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਪੂਰੀਆਂ ਦੀਆਂ ਪੂਰੀਆਂ ਗੱਲਾਂ। ਇਸ ਕਰਕੇ ਅੱਜ ਅਸੀਂ ਇਸ ਸਥਾਨ 'ਤੇ ਇਕੱਠੇ ਹੋਏ ਹਾਂ, ਜਿਸ ਭੱਠ ਵਿੱਚ ਬਿਧੀ ਚੰਦ ਜੀ ਸੋਨਾ ਤਾਗੇ ਕੁੰਦਨ ਬਣ ਕੇ ਨਿਕਲੇ ਆ। 12 ਬੰਨੀ ਦਾ ਦਿਖਾ ਦਿੱਤਾ ਕਿ ਭੈ ਵਿੱਚ ਪਵਨ ਬਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਇਹ ਸਾਰੇ ਦੇਵਤੇ ਉਹਦੇ ਹੁਕਮ 'ਚ ਆ। ਜਦੋਂ ਉਸ ਅਵਸਥਾ 'ਤੇ ਪਹੁੰਚ ਜਾਂਦਾ, ਸਾਰੀ ਪ੍ਰਕਿਰਤੀ ਉਹਨਾਂ ਦਾ ਹੁਕਮ ਮੰਨਦੀ ਹੈ। ਆਕਾਸ਼ ਦੇ ਫਰਿਸ਼ਤੇ ਵੀ ਉਹਨਾਂ ਨੂੰ ਨਮਸਕਾਰ ਕਰਦੇ ਆ। ਅੱਜ ਪਿਆਰਿਓ, ਅਸੀਂ ਇਹ ਜਿਹੜੀਆਂ 4 ਅੱਗ ਦੀਆਂ ਨਦੀਆਂ ਹਨ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਪਵੈ ਦਜੈ ਨਾਨਕਾ ਤਰੀਐ ਚਰਣੀ ਲਗ। ਕੋਈ ਹਿੰਸਾ ਦੀ ਅੱਗ ਵਿੱਚ, ਕੋਈ ਲੋਭ ਦੀ ਅੱਗ ਵਿੱਚ, ਕੋਈ ਝੂਠੇ ਮੋਹ ਦੀ ਅੱਗ ਵਿੱਚ, ਕੋਈ ਕ੍ਰੋਧ ਦੀ, ਕੋਈ ਕਾਮ ਕ੍ਰੋਧ ਦੀ ਅੱਗ 'ਚ ਸੜ ਰਿਹਾ, ਪਰ ਇਹ ਖੂਨ ਕਾ ਨਾਮ ਖਦਾਇਆ ਹੈ। ਅਤੇ ਜੇ ਆਪਾਂ ਇਸ ਘਰ ਦਾ ਆਸਰਾ ਲੈ ਕੇ ਤੁਰਾਂਗੇ, ਅੱਜ ਸਿੱਖ ਦਾ ਸਿੱਖ ਬੈਰੀ ਬਣਿਆ ਹੋਇਆ। ਹੁਣ ਦੂਜਿਆਂ ਦਾ ਇੰਨਾ ਡਰ ਨਹੀਂ।
ਸ਼ੇਰਾਂ ਦੇ ਬਾਘਾਂ ਦਾ ਡਰ ਨਹੀਂ, ਜਿੰਨਾ ਮਨੁੱਖ ਨੂੰ ਮਨੁੱਖ ਤੋਂ ਡਰ ਹੋਇਆ ਹੋਇਆ, ਮਨੁੱਖ ਦਾ ਮਨੁੱਖ ਬੈਰੀ ਬਣਿਆ ਹੋਇਆ। ਅੱਜ ਜੀ ਉਸ ਪਵਿੱਤਰ ਸਥਾਨ 'ਤੇ ਆਏ ਹਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ, ਉਹਨਾਂ ਦੇ ਅਨੰਨ ਗੁਰਸਿੱਖ ਬਾਬਾ ਬਿਧੀ ਚੰਦ ਜੀ ਮਹਾਰਾਜ ਦੇ ਚਰਨਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਬੇਨਤੀ ਕਰਦੇ ਹਾਂ, ਅਰਦਾਸ ਕਰੀਏ ਕਿ ਮਹਾਰਾਜ ਤੁਹਾਡਾ ਪੰਥ ਅੱਜ ਕਿੱਧਰ ਜਾ ਰਿਹਾ ਹੈ। ਧੜਾ ਧੜ ਰੋਮਾਂ ਦੀ ਬੇਅਦਬੀ, ਨਸ਼ਿਆਂ 'ਚ ਅਸੀਂ ਗਰਕਦੇ ਜਾ ਰਹੇ ਹਾਂ। ਇਹ ਖਾਲਸਾ ਮਹਾਰਾਜ ਨੇ ਬਣਾਇਆ ਸੀ, ਹੋਂ ਸਫਲਾ ਤਬ ਹੀ ਜਗਤ ਹੈ, ਹੋਂ ਲਗ ਜਾਤਨ ਕੋ ਬੜਪਨ ਦੈ, ਹੋਂ ਜਿਨ ਕੀ ਜਾਤ ਔਰ ਕੁਲ ਮਾਹੀ, ਨੈ ਸਰਦਾਰੀ ਭਈ ਕਦਾਹੀ, ਤਿਨਹੀ ਕੋ ਸਰਦਾਰ ਬਨੈ, ਹੋਂ ਤਵੈ ਗੋਬਿੰਦ ਸਿੰਘ ਨਾਮ ਕਹੈ, ਹੋਂ। ਫਿਰ ਮਹਾਰਾਜ ਕਹਿੰਦੇ ਜਾ ਮੈਂ ਰੰਚ ਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰ ਨਾਨਕ ਸਾਖੀ। ਆਪਾਂ ਗਵਾਹੀ ਦਿੰਦੇ ਨਾ, ਕੋਈ ਮਨੁੱਖ ਦੀ ਗਵਾਹੀ ਲੈਂਦਾ, ਕੋਈ ਲੰਬੜਦਾਰ ਸਰਪੰਚ ਦੀ ਲੈਂਦਾ। ਪਾਤਸ਼ਾਹ ਨੇ ਗਵਾਹੀ ਕਿਹਦੀ ਭਰੀ ਹੈ? ਧੰਨ ਗੁਰੂ ਨਾਨਕ ਪਾਤਸ਼ਾਹ, ਅਕਾਲ ਪੁਰਖ। ਅੱਜ ਅਸੀਂ ਪਰਨ ਕਰਕੇ ਜਾਈਏ, ਕਿਉਂਕਿ ਇਹ ਤਾਂ ਸਾਰੀ ਸੁਲਝੀ ਹੋਈ ਸੰਗਤ ਆ ਨਾ। ਤੈਨੂੰ ਕੋ ਕਿਆ ਉਪਦੇਸੀ ਹੈ ਜਿਹਨੂੰ ਗੁਰੂ ਨਾਨਕ ਦਿਓ। ਇਹ ਤਾਂ ਮਹਾਂਪੁਰਖਾਂ ਦੀ ਸੰਗਤ ਹੈ, ਅੱਗੇ ਹੀ ਸੁਧਰੀ ਹੋਈ ਹੈ। ਪਰ ਫਿਰ ਵੀ ਆਪਣੇ ਰਿਸ਼ਤੇਦਾਰ ਮਿੱਤਰ ਸੱਜਣ ਜਿਹੜੇ ਕਰਾਹੇ ਪੈ ਗਏ ਆ, ਆਪਾਂ ਕਰੀਏ ਜਿਵੇਂ ਇੱਕ ਘੁਮਿਆਰ ਸੀ, ਉਹਦਾ ਗਧਾ ਸੀ ਤਰਸੇਮ ਸਿੰਘ ਜੀ, ਉਹਦਾ ਨਾਮ ਉਹਨੂੰ ਰੱਖ ਲਿਆ ਗੰਧਰਵ ਸੈਨ। ਗੰਧਰਵ ਸੈਨ ਬਹੁਤ ਸੇਵਾ ਕਰੇ, ਪੂਜਾ ਕਰੇ, ਉਹ ਮਰ ਗਿਆ ਜੀ। ਉਹ ਦਫਨਾ ਦਿੱਤਾ। ਅਤੇ ਹਿੰਦੂਆਂ ਵਿੱਚ ਹੈਗਾ ਭੱਦਣ ਕਰਾਉਣ ਦੀ ਆਦਤ। ਹੁਣ ਇਹਨਾਂ ਨੂੰ ਦੇਖ ਕੇ ਉਹ ਤਾਂ ਛੱਡੀ ਜਾਂਦੇ, ਆਪਾਂ ਲੱਗ ਪਏ ਇੱਧਰ ਤੁਰ ਪਏ। ਗੋਰੇ ਸਿੰਘ ਸੱਜ ਰਹੇ, ਅਸੀਂ ਕਿੱਧਰ ਪੈ ਰਹੇ ਹਾਂ। ਅਤੇ ਸਾਧ ਸੰਗਤ ਜੀ ਉਹਨ ਸਾਰੇ ਪਰਿਵਾਰ ਨੇ ਭੱਦਣ ਕਰਾ ਦਿੱਤਾ। ਉਹ ਜਿਹੜੇ ਉਹਦੇ ਮਿੱਤਰ ਪੁੱਛਣ, ਮਹਾਰਾਜ ਕੀ ਗੱਲ? ਕਹਿੰਦੇ ਤੁਹਾਨੂੰ ਨਹੀਂ ਪਤਾ ਵੀ ਗੰਧਰਵ ਸੈਨ ਜੀ ਗੁਜ਼ਰ ਗਏ। ਉਹਨੇ ਕਿਹਾ ਕੋਈ ਗੰਧਰਵ ਸੈਨ, ਕੋਈ ਮੰਡਲੇਸ਼ਰ ਕੋਈ ਹੋਏਗਾ, ਕੋਈ ਆਚਾਰਜ ਹੋਏਗਾ। ਉਹ ਗਾਹਾਂ ਕੋਤਵਾਲ ਨੇ ਸੁਣਿਆ, ਮਹਾਰਾਜ ਇਹ ਕੀ ਗੱਲ? ਕਹਿੰਦੇ ਜੀ ਗੰਧਰਵ ਸੈਨ, ਸਵਾਮੀ ਗੰਧਰਵ ਸੈਨ ਗੁਜ਼ਰ ਗਏ। ਉਹਨ ਵੀ ਮੂੰਹ ਸਿਰ ਮਨਾਤਾ। ਗਾਹਾਂ ਜਿਹੜੇ ਹੋਰ ਅਫਸਰ ਸੀ ਉਹਨੇ ਵੀ, ਮਨਿਸਟਰਾਂ ਨੇ ਵੀ ਕਰ ਦਿੱਤਾ। ਆਖਰ ਪ੍ਰਧਾਨ ਮੰਤਰੀ ਕੋ, ਰਾਜੇ ਕੋ ਗੱਲ ਗਈ ਵੀ ਗੰਧਰਵ ਸਾਹਿਬ ਹੈ ਕੌਣ ਸੀ? ਨਾਈਆਂ ਦੀ ਮੌਜ ਲੱਗ ਗਈ। ਪਿਆ ਤਾਂ ਬਹੁਤ, ਕਿਸੇ ਨੂੰ ਕਈ ਕੁਹਾੜਾ ਚੱਕਣਾ ਪਊ, ਜੱਟਾਂ ਨੂੰ ਕਿੰਨੇ ਸੰਦ ਚੱਕਣੇ ਪੈਂਦੇ ਆ। ਇਹਨਾਂ ਦਾ ਤਾਂ ਫਿਰ ਥੋੜ੍ਹੇ ਜਿਹੇ ਨੇ ਕੰਮ ਸਰੀ ਜਾਂਦਾ ਨਾ। ਉਹਨਾਂ ਦੀ ਮੌਜ ਲੱਗ ਗਈ। ਕਹਿਣ ਲੱਗੇ ਜੀ ਮੈਂ ਦੇਖਿਆ ਤਾਂ ਹੈ ਨਹੀਂ, ਸੁਣਿਆ ਹੀ ਆ। ਜਿਹੜੇ ਸਾਰੀ CID ਕੀਤੀ, ਉਹ ਘਮਾਰ ਕੋ ਆਏ ਅਤੇ ਨਿਕਲਿਆ ਪਏ ਉਹ ਤਾਂ ਗੰਧਰਵ ਸੈਨ ਇੱਕ ਗਧਾ ਸੀ। ਅੱਜ ਦੇਖੋ ਦੇਖੀ ਲੋਕ, ਜਗਤ ਕੀ ਭੇਡਾ ਚਾਲ, ਚਲਤੇ ਕੇ ਪਾਛੇ ਚਲੈ, ਪਰਮਾਰਥ ਨ ਸੰਭਾਲ, ਦੇਖੋ ਜਗ ਮੂੜਤਾ। ਇਹ ਸੰਸਾਰ ਦੀ ਮੂਰਖਤਾ ਹੈ, ਜਿਹਦੇ ਕਾਰਨ ਤੁਹਾਨੂੰ ਮਹਾਰਾਜ ਨੇ ਖਾਲਸਾ ਬਣਾ ਕੇ ਆਪਣਾ ਸਵੈੰਗ ਰੂਪ ਦਿੱਤਾ ਸੀ, ਅਤੇ ਅਸੀਂ ਮੁੜ ਕੇ ਫਿਰ ਜਿੱਥੋਂ ਨਿਕਲੇ ਸੀ ਉੱਥੇ ਵੜ ਗਏ। ਬਾਬਾ ਵੀਰ ਸਿੰਘ ਨੇ ਕਿਹਾ ਸੀ, ਸਿੱਖਾਂ ਤੋਂ ਸਿੱਖੀ ਖੋਹ ਲਈ, ਜੱਟ ਜੱਟ ਨਾਈ ਨਾਈ, ਝੀਰ ਝੀਰ ਤਖਾਣ, ਮੋਚੀ ਮੋਚੀ ਰਹਿ ਗਿਆ, ਫਿਰ ਆਵਾਂਗੇ ਅੰਮ੍ਰਿਤ ਛਕਾ ਕੇ ਸਿੱਖੀ ਦਿਆਂਗੇ। ਅੱਜ ਉਹ ਬਚਨ ਸਾਹਮਣੇ, ਕਿਉਂਕਿ ਸਾਡੀਆਂ ਸਿੱਖ ਫੌਜਾਂ ਨੇ ਡੋਗਰਿਆਂ ਦੇ ਪ੍ਰਭਾਵ ਥੱਲੇ ਆ ਕੇ ਵੀਰ ਸਿੰਘ ਮਾਰਿਆ, ਡਾਹ ਤੋਪਾਂ ਨੇ ਛੱਡਿਆ ਸਾਧ ਤੇ ਸੰਤ ਮੀਆਂ। ਉਹ ਸਰਾਪੇ ਹੋਏ ਧੱਕੇ ਖਾਂਦੇ ਫਿਰਦੇ ਆ, ਮੋਰਚੇ ਲਾਉਨੇ ਆ, ਪਰ ਫਿਰ ਵੀ ਗਲਤੀ ਤੇ ਗਲਤੀ ਗਾਹਾਂ ਵੀ ਕਰਦੇ ਜਾ ਰਹੇ ਹਾਂ, ਜਿਹਦੇ ਕਾਰਨ ਸਾਡਾ ਜਿਹੜਾ ਤਪ ਮਹਾਂਪੁਰਖਾਂ ਦੀ ਨਿੰਦਿਆ ਕਰ ਕਰਕੇ ਨਾਸ ਹੋ ਰਿਹਾ। ਸੰਤ ਕੀ ਨਿੰਦਾ ਕਰਨ ਕੋਏ, ਜੋ ਕਰੇ ਤਿਸ ਕਾ ਪਤਨ ਹੋਏ। ਅੱਜ ਪਿਆਰਿਓ ਉਸ ਪਵਿੱਤਰ ਸਥਾਨ 'ਤੇ ਆਏ ਹਾਂ, ਜਿੱਥੇ ਇੱਕ ਅਲੌਕਿਕ ਕ੍ਰਿਸ਼ਮਾ ਵਰਤਿਆ। ਇਹ ਪੱਟੀ ਵਿੱਚ ਉਹੋ ਜਿਹੇ ਬੰਦੇ ਵੀ ਹੋਏ, ਦੁਨੀ ਚੰਦ ਨੇ ਬੀਬੀ ਦੇ ਨਾਲ ਕੀ ਅਤਿਆਚਾਰ ਕੀਤਾ, ਪਰ ਉਹ ਆਪਣੇ ਪਤੀ ਵਰਤਾ ਧਰਮ ਵਿੱਚ ਕਾਇਮ ਰਹੀ। ਜਦੋਂ ਤੱਕ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਬੀਬੀ ਰਜਨੀ ਦਾ ਦੁੱਖ ਭੰਜਨੀ ਦੇ ਨਾਲ ਨਾ ਜੁੜਿਆ ਹੋਇਆ ਹੈ। ਪਰ ਸਾਡੇ ਅੱਜ ਪ੍ਰਚਾਰਕ ਐਸੇ ਉੱਠੇ ਆ, ਇਤਨਾ ਕੂੜ ਵੱਢ ਰਹੇ ਆ, ਕਹਿੰਦੇ ਦੁਨੀ ਚੰਦ ਕੋਈ ਹੋਇਆ ਹੀ ਨਹੀਂ ਪੱਟੀ ਵਿੱਚ, ਕੋਈ ਰਜਨੀ ਨਹੀਂ ਹੋਈ।
किस तरह इहो जिहियां गल्लां कर करके गुरु घर तो लोकां नूं निशरद किया जा रहा। इन्हां लोकां तो सावधान रहण दी लोड़ आ। आ जथेबंदियां ये पंथ की ढाल बन के आ जिहड़े साडे उत्ते मारू हमले हो रहे आ, ये जथेबंदियां रखिया कर रहीआं। इस करके साध संगत जी समा इजाजत नहीं दिंदा। स्टेज बड़ी लंबी हो गई है, संगतां सवेरे बुलारे आउंदे चले जांदे है। संगतां दे धन भाग जिहड़ा सवेर तो हुण तक बैठे है, जी आया। सो सतगुरु सच्चे पातशाह ने बड़ी रहमत की है, कृपा की है। कहवे को शोभा नहीं, देखा ही परवान। कोई कहण ना नहीं, तो प्रतख है। हाँ जी, प्रतख नूं किम प्रमाण, प्रतख जी ले कोई प्रमाण की लोड़ नहीं हुंदी, वो तो साक्षात सामने नज़र आउंदी है। अज बड़ी खुशी है, राजलीला तेरे नाम बनाई, जोग बनया तेरा कीर्तन गाई, सर्ब सुखा बने तेरे ओले, भ्रम के परदे सतगुर खोले। आ महाराज की किड्डी देन, किड्डी वड्डी बख्शिश। बाबा अवतार सिंह जी किसी टाइम सी जदों संत बाबा जरनैल सिंह जाते सी, ये संगतां दा सलाब इउं इकट्ठा हुंदा सी। अज सिख पंथ दे अंदर संत बाबा अवतार सिंह जी जिन्हां ने संगत नूं फेर आकर्षण किया। क्यों लोहे नूं लोहा नहीं खिंचदा, वो मैगनेटिक चमक पत्थर ही खिंचदा है। जिहदे च खिच हुंदी है उही खिंच सकदा है। वो फुल ही है जिहदे च खुशबू है, भौरियां नूं अपने वल खिंचदा है। ये महापुरखां दा सेवा सिमरन और जड़ियाँ बख्शिशां हन, बाबा बिधि चंद साहब, बाबा सोहण सिंह जी, बाबा दया सिंह जी, सारे महापुरख, सारी संगत, ये आशीर्वादां, ये बड़े रुतबे, बड़े मान बख्शिश कर रहीआं हन। सो अंत विच श्रीमान परम पूज सत्कारयोग जथेदार बाबा अवतार सिंह जी, जथेबंदी दे सारे ਸਿੰਘਾਂ ਦਾ, सारियां संगतां ਦਾ, ਸਿੰਘ ਸਾਹਿਬ जी ਦਾ और तरसेम सिंह जी, क्यों इन्हां ने भी ढाडियां विच एक विलखण ही नाम पैदा किया। ये भी महाराज की किरपा हुंदी है। घोड़े तो वह भी है, आ टांगियां नाल जोड़े हुए है, पर वो भी जड़े इन्हां दियां भी नस्लां ਲੱਖਾਂ रुपए मुल पाउंदे। वैरायटी हर चीज़ की हुंदी है। कह दिंदे आ भी जात नहीं, हर चीज़ की, कणक की भी वैरायटी है, मक्की की भी वैरायटी है, बंदियां दियां वैरायटियां। एक चोर है, एक डाकू बदमाश है, गिरिया होया अखलाक तो। एक बड़े बड़े संत महापुरख सूरवीर दानी परोपकारी लोग ने, उन्हां दा भी अपना स्थान हुंदा है। इस करके ये भी एक भेद है। सो पत्थर पत्थर का भी भेद है। एक पत्थर सड़कों ते है, एक लाले लोग तकड़ी ना तोलते हैं, एक किसी का सिर पाड़न वाले भी है, एक शिलालेख भी लाए जाते हैं, एक हीरा भी पत्थर है जिहदा 7 बादशाहियां मुल पैंदा है। जड़ जड़ भी भेद है, चेतन चेतन विच भी भेद है। समा इजाजत नहीं दिंदा इन्हां गल्लां दी व्याख्या की जाए। अज मैनूं खुशी इन्नी है कि अज मैं दूजी वारी इस स्थान ते आया। पहला नक्शा होर सी, अज होर। इहदा मतलब ये नहीं कि मैं अस्थान ते प्यार नहीं। गुरु हरगोबिंद सिंह हर वेले हिरदे विच, बाबा बिधि चंद हर वेले अरदास करी दी है कि महाराज कलयुग के तत्ते झोले चलते, झखड़ बड़े चल रहे है। क्योंकि कलयुग कहंदा मैं उत्थे डेरा लावां जिथों मेरे विरुद्ध उपदेश मिल रहा। वो कई तरियां व्यंग चोटां कर रहा, शरीर विच रोग पैदा कर देने, लड़ाई झगड़ा, बेअतफाकी, निंदिया चुगली, आपस विच फुट पा देनी। पर धन गुरु हरगोबिंद साहब लगन दे तना सेख, वो अपने पंथ की आपे रखिया करते हैं। वो समर्थ हैं। इस करके सिंघो उदण संतां की मीटिंग हुई सी रामपुर खेड़े, करसाना वास्ते। तरसेम सिंह जी, मैं बेनती की सी, तुसीं मोर्चा लाया, बड़े सूरवीर हैं, पर जदों तक बाणी बाणे का सिमरन का आसरा नहीं लाओगे उदों तक सफलता नहीं मिलती है। प्रहलाद कोल क्या सी, अरारा ते ममा राम दोए शब्द सी। द्रौपदी कोल की सी, 12 अखरा ओम नमो भगवते वासुदेवाय। और साध संगी सीता को, साहबजादे खालसे को जदों शब्द का आसरा लैके तुरोगे ना,
ਗੁਰੂ ਨੂੰ ਮਨਾ ਕੇ ਤੁਰੋਗੇ। ਲੱਖ ਯਤਨ ਕਰੇ ਜੇ ਕੋਈ, ਗੁਰੂ ਮਨਾਏ ਬਿਨਾ ਸਿੱਧ ਨਾ ਹੋਈ। ਜਿੰਨੇ ਉੱਥੇ ਬੈਠੇ ਆ, ਇੱਕ ਇੱਕ ਜਪਜੀ ਸਾਹਿਬ ਕਰਨ ਦਾ ਹੀ ਪਰਨ ਕਰ ਲਓ। ਸ਼ਾਮ ਨੂੰ ਰਹਿਰਾਸ ਕੀਰਤਨ ਸੋਲਾ ਚੌਪਈ ਸਾਹਿਬ ਦਾ, ਜਿਹੜੇ ਦਿੱਲੀ ਦਰਬਾਰ ਵਾਲੇ ਮਾਹਾਂ ਦੇ ਆਟੇ ਮੋਂ ਆਕੜੇ ਬੈਠੇ ਨਾ, ਉਹ ਤੁਹਾਡੇ ਚਰਨਾਂ 'ਚ ਮੰਗਾਂ ਲੈ ਕੇ ਮਨਜ਼ੂਰ ਕਰਕੇ ਨੱਕ ਰਗੜ ਕੇ ਆਉਣਗੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਧ ਸਾਧ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੀ ਨਾ ਸਾਕੈ ਜਾਲੇ। ਮੋਰਚਾ ਬੜੀ ਵਾਰੀ ਲਾਏ, ਕਾਮਯਾਬੀ ਕਿਉਂ ਨਹੀਂ ਹੁੰਦੀ? ਅਸੀਂ ਬਾਣੀ ਤੋਂ ਟੁੱਟ ਗਏ ਹਾਂ, ਸਿਮਰਨ ਤੋਂ ਪਰੇ ਚਲੇ ਗਏ ਹਾਂ, ਸਤਸੰਗ ਤੋਂ ਪਰੇ ਚਲੇ ਗਏ ਹਾਂ। ਇਹ ਜ਼ਰੂਰ ਹੈ ਕਿ ਜਿਹੜੇ ਸਿਮਰਨ ਕਰਨ ਵਾਲੇ ਉਹਨਾਂ ਵਿਰੋਧ, ਉਹਨਾਂ ਦੀ ਨਿੰਦਿਆ ਕਰਨ ਲਈ ਸ਼ੇਰ ਬਣ ਗਏ ਹਾਂ। ਇਸ ਕਰਕੇ ਗੁਰਮੁਖ ਪਿਆਰਿਓ, ਅੱਜ ਜਿੰਨੀ ਸੰਗਤ ਆਈ ਹੈ ਤੁਸੀਂ ਸਾਰੇ ਸੁਲਝੇ ਹੋਏ, ਤੁਹਾਨੂੰ ਉਪਦੇਸ਼ ਨਹੀਂ, ਆਪਾਂ ਹੋਰ ਆਪਣੀ ਚੜ੍ਹਦੀ ਕਲਾ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਗੋਪਾਲਾ ਜੀ ਤੋਂ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣ ਕੇ ਗੁਰੂ ਨਾਨਕ ਦੀ ਗੱਦੀ ਦੇਣ ਲਈ ਤਿਆਰ ਹੋ ਗਏ ਸੀ। ਮੇਰੇ ਕੋਲ ਕਿਆ ਹੈ ਗੁਰੂ ਨਾਨਕ ਦੀ ਗੱਦੀ? ਪਰ ਸਾਧ ਸੰਗਤ ਜੀ ਅੱਜ ਪਰਨ ਕਰਕੇ ਜਾਓ ਕਿ ਅਸੀਂ ਗੁਰੂ ਨਾਨਕ ਸਾਹਿਬ ਨੇ 13 ਤੋਲੀਆਂ ਆਪਣੇ ਨਿਤਨੇਮ ਤੋਂ ਅਲੱਗਾ 13 ਜਪਜੀ ਸਾਹਿਬ ਰੋਜ਼ ਕਰਾਂਗੇ, 13 ਮੂਲ ਮੰਤਰ ਦੀਆਂ ਮਾਲਾ ਰੋਜ਼ ਕਰਾਂਗੇ, ਚੌਪਈ ਸਾਹਿਬ ਦੇ 13 ਪਾਠ ਕਰਾਂਗੇ। ਫਿਰ ਅਰਦਾਸ ਕਰੋ, ਕਿਹੜਾ ਮੋਰਚਾ ਹੈ ਜਿਹੜਾ ਫਤਿਹ ਨਹੀਂ ਹੋਏਗਾ? ਇਸ ਕਰਕੇ ਸਤਿਯੁਗ ਰਾਜ ਪਲਟਾ ਹੋਇਆ ਪ੍ਰਹਲਾਦ ਧਰੂੰ ਤੋਂ, ਤ੍ਰੇਤੇ 'ਚ ਮਾਤਾ ਸੀਤਾ ਤੋਂ, ਦੁਆਪਰ 'ਚ ਦ੍ਰੋਪਦੀ ਤੋਂ, ਕਲਯੁਗ ਦੇ ਅੰਦਰ ਧੰਨ ਧੰਨ ਮਾਤਾ ਗੁਜਰ ਕੌਰ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਸਰਹੰਦ ਦੀ ਨਾਈਟ ਖੜਕਾ ਕੇ ਲੋਹਗੜ੍ਹ ਬੰਦੇ ਬਹਾਦਰ ਨੇ ਰਾਜਧਾਨੀ ਬਣਾ ਕੇ ਸਿੱਕੇ ਚਲਾਏ, ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਦੇਗ ਤੇਗ ਫਤਿਹ, ਨੁਸਰਤ ਬੇਦਰੰਗ, ਜਾਫਤਈ ਨਾਨੂ ਗੁਰੂ ਗੋਬਿੰਦ ਸਿੰਘ, ਸ੍ਰੀ ਅਕਾਲ ਪੁਰਖ ਜੀ ਸਹਾਏ। ਗੱਲ ਅਸੀਂ ਖਾਲਸਾ ਰਾਜ ਦੀ ਕਰਦੇ ਹਾਂ, ਪਰ ਖਾਲਸਾ ਬਣੋ ਵੀ। ਖਾਲਸਾ ਬਣਨਾ ਤਾਂ ਛੱਡੀ ਜਾ ਰਹੇ ਹਾਂ। ਰਾਜ ਮੁਸਲਿਆਂ ਨੇ ਵੀ ਕਰ ਲਿਆ, ਗੋਰਿਆਂ ਨੇ ਵੀ ਕਰ ਲਿਆ, ਇਨੀ ਧੋਤੀ ਵਾਲਿਆਂ ਨੂੰ ਹੁਣ ਨੰਬਰ ਤਾਂ ਤੁਹਾਡਾ ਹੀ ਹੈ। ਕਰੋਗੇ ਤਾਂ ਜੇ ਖਾਲਸੇ ਬਣ ਜਾਓਗੇ। ਖਾਲਸਾ ਉਦੋਂ ਬਣੇਗਾ, ਖਾਲਸਾ ਖਾਸ ਕਹਾਵੈ ਸੋਈ, ਜਾ ਕੇ ਹਿਰਦੇ ਭਰਮ ਨਾ ਹੋਈ, ਭਰਮ ਪੇਖਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਕਾਰਯੋਗ ਮਹਾਂਪੁਰਖਾਂ ਦਾ, ਆਏ ਸਿੰਘ ਸਾਹਿਬ, ਸਾਰੇ ਮਹਾਂਪੁਰਖਾਂ ਦਾ, ਸਾਰੇ ਵਿਦਵਾਨਾਂ ਦਾ, ਗ੍ਰੰਥੀ ਸਿੰਘਾਂ ਦਾ, ਸਮੁੱਚੀਆਂ ਸੰਗਤਾਂ, ਛੋਟੀ ਵੱਡੀ ਜਿਹੜੀ ਸੇਵਾ ਨਿਭਾ ਰਹੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਤਾਂ ਸੰਪਰਦਾ ਲੋਕਾਂ ਨੂੰ ਚੜ੍ਹਦੀ ਕਲਾ ਦੇ ਰਹੀ ਹੈ। ਪਿੱਛੇ ਬਹੁਤ ਵੱਡਾ ਹੱਥ ਆ ਨਾ ਮੇਰੀ ਪੀਰੀ ਦੇ ਮਾਲਕ ਦਾ। ਇਸ ਕਰਕੇ ਸਾਧ ਸੰਗਤ ਜੀ, ਇਹ ਬੜੀ ਤਾਕਤ ਹੈ। ਇੱਕ ਤਾਂ ਪਾਣੀ ਖੂਹ ਦਾ ਹੁੰਦਾ ਨਾ, ਮੋਟਰਾਂ ਚੱਲ ਜਾਣ ਤਾਂ ਤਰਸੇਮ ਸਿੰਘ ਉਹ ਵੀ ਬੋਰ ਛੱਡ ਜਾਂਦੇ ਆ, ਖੂਹਾਂ ਦਾ, ਟੂਬਲਾਂ ਦਾ, ਅਤੇ ਜਿਹੜਾ ਦਰਿਆ ਦਾ ਉਹ ਪਿੱਛੋਂ ਪ੍ਰਵਾਹ ਆਈ ਜਾਂਦਾ ਨਾ, ਇਹ ਪਿੱਛੇ ਪ੍ਰਵਾਹ ਬਹੁਤ ਤਕੜਾ ਹੈ। ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮੇ ਦਾ, ਉਹ ਆਪ ਕਿਰਪਾ ਕਰਕੇ ਸਾਰੀਆਂ ਬਰਕਤਾਂ ਬਖਸ਼ ਰਹੇ ਆ। ਆਪ ਜੀ ਦਾ ਫੇਰ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।